ਇਹਨਾਂ ਸਾਰੀਆਂ ਸਟੋਰੇਜ ਕਲਾਸਿਸ ਦਾ ਲਿੰਕ ਵੇਰੀਏਬਲਸ ਦੇ ਨਾਲ ਹੈ ਜੋ ਆਪਾਂ ਡਾਟਾ ਸਟੋਰ ਕਰਨ ਦੇ ਲਈ ਯੂਜ਼ ਕਰਦੇ ਹਾਂ, ਚਾਹੇ ਉਹ ਇੰਟੀਜ਼ਰ ਵੇਰੀਏਬਲ ਹੈ ਜਾਂ ਫਲੋਟ ਵੇਰੀਏਬਲ ਹੈ ਜਾਂ ਕੋਈ ਐਰੇ ਹੈ ਜਾਂ ਕੋਈ ਸਟਰਕਚਰ ਹੈ ਜਿਹੜੇ ਅਸੀਂ ਅਜੇ ਕਰਨੇ ਨੇ। ਵੇਰੀਏਬਲ ਦਾ ਇੱਕ ਲਾਈਫ ਟਾਈਮ ਹੁੰਦਾ ਹੈ, ਇੱਕ ਸਕੋਪ ਹੁੰਦਾ ਹੈ। ਜਦੋਂ ਵੇਰੀਏਬਲ ਡਿਕਲੇਅਰ ਕਰਦੇ ਆ ਤਾਂ ਉਹ ਬੌਰਨ ਹੋ ਜਾਂਦਾ, ਆਪਾਂ ਕਹਿੰਦੇ ਆ ਕਿ ਵੇਰੀਏਬਲ ਦਾ ਜਿਹੜੀ ਲਾਈਫ ਹੈ ਉਹ ਸ਼ੁਰੂ ਹੋ ਗਈ, ਤੇ ਜਦੋਂ ਉਹ ਵੇਰੀਏਬਲ ਮੈਮਰੀ ਚੋਂ ਡਿਸਟਰੋਏ ਹੋ ਜਾਂਦਾ ਤਾਂ ਅਸੀਂ ਕਹਿੰਦੇ ਆ ਕਿ ਲਾਈਫ ਜਿਹੜੀ ਉਹਦੀ ਖਤਮ ਹੋ। ਤੋ ਸੀ ਲੈਂਗੁਏਜ ਦੇ ਵਿੱਚ ਵੇਰੀਏਬਲ ਦੀ ਜਿਹੜੀ ਲਾਈਫ ਹੈ ਉਹ ਸਟੋਰੇਜ ਕਲਾਸਿਸ ਦੇ ਉੱਤੇ ਡਿਪੈਂਡ ਕਰਦੀ ਹੈ। ਸਟੋਰੇਜ ਕਲਾਸਿਸ ਇਸ ਚੀਜ਼ ਨੂੰ ਇੱਕ ਤਰ੍ਹਾਂ ਨਾਲ ਸਿਸਟੇਮੈਟਿਕ ਕਰਦੀਆਂ ਨੇ ਕਿ ਕਿਸੇ ਵੇਰੀਏਬਲ ਦਾ ਸਕੋਪ ਅਤੇ ਉਸ ਦੀ ਲਾਈਫ ਦਾ ਜੋ ਟਾਈਮ ਹੈ ਉਹ ਕਿੰਨਾ ਹੈ। storage class of a variable specifies the scope and lifetime। scope ਤਾਂ ਹੋ ਗਿਆ ਕਿ ਤੁਸੀਂ ਉਸ ਵੇਰੀਏਬਲ ਨੂੰ ਕਿੱਥੇ ਕਿੱਥੇ ਯੂਜ਼ ਕਰ ਸਕਦੇ, ਉਹਦੀ ਯੂਜ਼ੇਬਿਲਟੀ, ਉਹ ਵੇਰੀਏਬਲ ਫੰਕਸ਼ਨ ਤੋਂ ਬਾਹਰ ਚੱਲੇਗਾ ਜਾਂ ਨਹੀਂ ਚੱਲੇਗਾ, ਕੀ ਉਹ ਸਾਰੇ ਫੰਕਸ਼ਨ 'ਚ ਚੱਲੇਗਾ ਜਾਂ ਜਿਹੜੇ 'ਚ ਡਿਕਲੇਅਰ ਕੀਤਾ ਸਿਰਫ ਉੱਥੇ ਹੀ ਚੱਲੇਗਾ। ਉਹ ਉਹਦਾ ਸਕੋਪ ਹੈ, ਉਹਦਾ ਦਾਇਰਾ, ਉਹਦਾ ਏਰੀਆ ਵੇਰੀਏਬਲ ਦਾ, ਵੀ ਉਹ ਵੇਰੀਏਬਲ ਕਿਸ ਜਗ੍ਹਾ ਤੱਕ ਫੈਲਿਆ ਹੋਇਆ ਹੈ ਜਿੱਥੇ ਤੱਕ ਉਸਨੂੰ ਯੂਜ਼ ਕੀਤਾ ਜਾ ਸਕਦਾ, ਉਹਦਾ ਸਕੋਪ ਹੈ। ਲਾਈਫ ਟਾਈਮ ਤੁਹਾਨੂੰ ਦੱਸ ਦਿੱਤਾ ਕਿ ਜਦੋਂ ਵੇਰੀਏਬਲ ਦਾ ਬਰਥ ਹੁੰਦਾ ਹੈ, ਉਹ ਡਿਕਲੇਅਰ ਹੁੰਦਾ ਹੈ, ਉਸ ਤੋਂ ਬਾਅਦ ਉਹਦਾ ਮੈਮਰੀ 'ਚੋਂ ਡਿਸਟਰੋਏ ਹੋ ਜਾਣ ਤੱਕ ਉਹਦਾ ਲਾਈਫ ਸਪੈਨ ਹੁੰਦਾ। ਸੋ ਸਕੋਪ is the different parts of the program ਜਿੱਥੇ ਜਿੱਥੇ ਉਹ ਚੱਲੇਗਾ ਵੇਰੀਏਬਲ, ਜਿੱਥੇ ਜਿੱਥੇ ਉਹ ਯੂਜ਼ ਕੀਤਾ ਜਾ ਸਕਦਾ। scope, the scope of a variable determines over the what parts of the program a variable is actually available for use। ਜਿੱਥੇ ਜਿੱਥੇ ਉਹਨੂੰ ਯੂਜ਼ ਕੀਤਾ ਜਾ ਸਕਦਾ ਹੈ, ਜਿਵੇਂ ਆਪਾਂ ਵੇਰੀਏਬਲ ਨੂੰ ਅਗਰ ਗਲੋਬਲੀ ਡਿਕਲੇਅਰ ਕਰੀਏ ਤਾਂ ਉਹ ਸਾਰੇ ਫੰਕਸ਼ਨਸ ਦੇ ਵਿੱਚ ਯੂਜ਼ ਹੋ ਜਾਂਦਾ ਹੁੰਦਾ ਹੈ, ਪਰ ਜੇ ਕਿਸੇ ਫੰਕਸ਼ਨ ਦੇ ਅੰਦਰ ਡਿਕਲੇਅਰ ਕਰੀਏ ਤਾਂ ਉਹ ਸਿਰਫ ਉਸ ਫੰਕਸ਼ਨ ਦੇ ਅੰਦਰ ਹੀ ਯੂਜ਼ ਹੁੰਦਾ ਹੈ, ਉਹ ਬਾਹਰ ਯੂਜ਼ ਨਹੀਂ ਹੁੰਦਾ। ਇਸ ਤਰ੍ਹਾਂ ਨਾਲ ਉਹਨਾਂ ਦਾ ਜਿਹੜਾ ਸਕੋਪ ਹੈ, ਗਲੋਬਲ ਸਕੋਪ ਅਤੇ ਲੋਕਲ ਸਕੋਪ ਏਦਾਂ ਕਿਹਾ ਜਾ ਸਕਦਾ। ਲਾਈਫ ਟਾਈਮ ਹੈ ਵੇਰੀਏਬਲ ਦਾ, ਉਹਦੀ ਲਾਈਫ ਕਦੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ। ਸ਼ੁਰੂ ਤਾਂ ਪਤਾ ਹੀ ਹੈ ਆਪਾਂ ਨੂੰ ਕਿ ਜਦੋਂ ਡਿਕਲੇਅਰ ਹੁੰਦਾ ਉਦੋਂ ਸ਼ੁਰੂ ਹੁੰਦੀ ਹੈ, ਖਤਮ ਕਦੋਂ ਹੁੰਦੀ ਹੈ ਇਹ ਡਿਪੈਂਡ ਕਰਦਾ ਕਿ ਉਹ ਕਿਹੜੀ ਸਟੋਰੇਜ ਕਲਾਸ ਦੇ ਨਾਲ ਬਿਲੋਂਗ ਕਰਦਾ ਹੈ। It refers to the period during which the variable retains a given value during the execution of the program। ਜਿੰਨਾ ਚਿਰ ਤੱਕ ਉਹ ਵੇਰੀਏਬਲ ਆਪਣੀ ਵੈਲਿਊ ਨੂੰ ਸੰਭਾਲ ਕੇ ਰੱਖ ਸਕਦਾ ਹੈ ਉਹਨਾਂ ਚਿਰ ਤੱਕ ਉਹਦੀ ਲਾਈਫ ਹੈ। ਜਦੋਂ ਉਸਦੀ ਵੈਲਿਊ ਖਤਮ ਹੋ ਜਾਂਦੀ ਹੈ ਤਾਂ ਉਹਦੀ ਲਾਈਫ ਖਤਮ ਹੋ ਜਾਂਦੀ ਹੈ। ਠੀਕ ਹੈ, ਉਹਦੀ ਵੈਲਿਊ ਜਿੰਨਾ ਚਿਰ ਤੱਕ ਪਰਸਿਸਟ ਕਰੇਗੀ ਵੇਰੀਏਬਲ ਦੇ ਅੰਦਰ ਜਿਹੜੀ ਅਸੀਂ ਸਟੋਰ ਕੀਤੀ ਹੈ, ਉਹ ਆਪਣੇ ਆਪ ਜਿੰਨਾ ਚਿਰ ਤੱਕ ਉਹਦੇ ਅੰਦਰ ਪਰਸਿਸਟ ਕਰਦੀ ਰਹੇਗੀ ਉਹ ਵੇਰੀਏਬਲ ਦੀ ਲਾਈਫ ਚੱਲਦੀ ਹੈ। ਜਦੋਂ ਉਹ ਵੈਲਿਊ ਖਤਮ ਹੋ ਜਾਂਦੀ ਹੈ ਤਾਂ ਲਾਈਫ ਖਤਮ ਹੋ ਜਾਂਦੀ ਹੈ। ਦੇयर ਆਰ 4 ਸਟੋਰੇਜ ਕਲਾਸਿਸ, ਜਿਨ੍ਹਾਂ ਦੇ ਵਿੱਚੋਂ ਫਸਟ ਸਟੋਰੇਜ ਕਲਾਸ ਅਸੀਂ ਜ਼ਿਆਦਾਤਰ ਯੂਜ਼ ਕਰਦੇ ਹਾਂ, ਆਟੋਮੈਟਿਕ ਸਟੋਰੇਜ ਕਲਾਸ, ਜਿਸ ਨੂੰ ਅਸੀਂ ਆਟੋ ਸਟੋਰੇਜ ਕਲਾਸ ਵੀ ਕਹਿ ਸਕਦੇ ਹਾਂ। ਦੇ ਆਰ ਕਾਲਡ ਆਟੋਮੈਟਿਕ ਵੇਰੀਏਬਲਸ। ਇਹਨਾਂ ਲਈ ਸਪੈਸ਼ਲ ਕੁਛ ਅਸੀਂ ਕਰਦੇ ਨਹੀਂ, ਜਿਵੇਂ ਹੁਣ ਤੱਕ ਅਸੀਂ ਵੇਰੀਏਬਲ ਡਿਕਲੇਅਰ ਕਰਦੇ ਰਹੇ ਹਾਂ ਉਹ ਸਾਰੀ ਆਟੋਮੈਟਿਕ ਜਾਂ ਆਟੋ ਸਟੋਰੇਜ ਕਲਾਸ ਸੀ। ਕਿਸੇ ਵੀ ਫੰਕਸ਼ਨ ਦੇ ਅੰਦਰ ਕਿਸੇ ਵੇਰੀਏਬਲ ਨੂੰ ਡਾਟਾ ਟਾਈਪ ਦੱਸ ਕੇ ਡਿਕਲੇਅਰ ਕਰ ਲੈਣ ਦਾ ਮਤਲਬ ਹੈ ਅਸੀਂ ਆਟੋ ਸਟੋਰੇਜ ਕਲਾਸ ਯੂਜ਼ ਕਰ ਰਹੇ ਹਾਂ, ਕਿਉਂਕਿ ਅਸੀਂ ਉੱਥੇ ਸਟੋਰੇਜ ਕਲਾਸ ਦੱਸੀ ਨਹੀਂ। ਜੇ ਅਸੀਂ ਸਟੋਰੇਜ ਕਲਾਸ ਨਹੀਂ ਦੱਸਦੇ ਅਤੇ ਵੇਰੀਏਬਲ ਨੂੰ ਫੰਕਸ਼ਨ ਦੇ ਅੰਦਰ ਡਿਕਲੇਅਰ ਕਰਦੇ ਹਾਂ ਤਾਂ ਉਹ ਇੰਪਲੀਸਿਟਲੀ ਆਟੋ ਸਟੋਰੇਜ ਕਲਾਸ ਨੂੰ ਬਿਲੋਂਗ ਕਰਦੇ। ਜੇ ਅਸੀਂ ਕਿਸੇ ਵੇਰੀਏਬਲ ਨੂੰ ਬਾਹਰ ਡਿਕਲੇਅਰ ਕਰਦੇ ਹਾਂ ਤਾਂ ਉਹ ਗਲੋਬਲ ਵੇਰੀਏਬਲ ਬਣ ਜਾਂਦਾ ਹੈ ਤੇ ਉਸਦੀ ਸਟੋਰੇਜ ਕਲਾਸ ਐਕਸਟਰਨ ਸਟੋਰੇਜ ਕਲਾਸ ਬਣ ਜਾਂਦੀ ਹੈ। ਅਸੀਂ ਕਿਸੇ ਫੰਕਸ਼ਨ 'ਚ ਨਾ ਡਿਕਲੇਅਰ ਕਰੀਏ, ਮੇਨ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਉੱਪਰ ਵੇਰੀਏਬਲ ਡਿਕਲੇਅਰ ਕਰ ਸਕਦੇ ਹਾਂ।
उस तरह नाल वो ग्लोबल वेरीएबल बन जाएगा। एक्सटर्नल स्टोरेज क्लास बेसिकली दूजी फाइल के वेरीएबल यूज करने के लिए वरती जाती है। मतलब तुसी दो फाइल बनाओगे जी, एक फाइल च वेरीएबल डिक्लेयर करे ने ग्लोबल वेरीएबल, तो दूसरी फाइल च भी यूज हो सकते हैं। एक्सटर्नल स्टोरेज क्लास इन्नी ज़्यादा स्पैन हुई हुई है। एक्सटर्नल का मतलब हो गया कि असी दूसरे क्लास के जोड़े वेरीएबल ने उन्होंने भी यूज कर सकते हैं अपनी जी एक फाइल की वेरीएबल दूसरी फाइल भी यूज हो जाते हैं। वैसे ग्लोबल वेरीएबल भी असी एक्सटर्नल क्लास ही मनांगे जेडे असी किसी फंक्शन के अंदर डिक्लेयर ना करिए। क्योंकि ये फंक्शन के अंदर डिक्लेयर करोगे तो फिर वो आटो स्टोरेज क्लास आ जाएगी। स्टैटिक वेरीएबल्स ने जिन्होंने असी आटो की तरह ही डिक्लेयर करते हैं, पर वो वेरीएबल का जोड़ा स्पैन स्टैटिक सॉरी मैं थोड़ा जा डिस्टर्ब हो गया। स्टैटिक वेरीएबल्स आटो की तरह ही डिक्लेयर होंगे ने फंक्शन के अंदर। और अगर असी वेरीएबल स्टैटिक डिक्लेयर करते हैं तो उसका स्कोप है जोड़ा वो तो वेरीएबल के फंक्शन के अंदर तक ही रहेगा, फंक्शन के अंदर ही उसका स्कोप रहेगा। पर जो उसका लाइफ स्पैन है, लाइफ टाइम है जो वो लाइफ टाइम वधेगा अते वो जिन्ना चिर तक पूरा प्रोग्राम नहीं खत्म हो जाता, सारा प्रोग्राम जिन्ना चिर तक ओवर नहीं हो जाता उन्ना चिर तक उसकी जी लाइफ है वो चलती है। जेडे रजिस्टर वेरीएबल्स ने, रजिस्टर स्टोरेज क्लास का मतलब है रजिस्टर के अंदर डिक्लेयर कर आप कर सकते हैं डायरैक्ट। आ जी नॉर्मल वेरीएबल्स ने उपर वाले असी देख रहे हैं ये सिर्फ मैमरी के अंदर डिक्लेयर होंगे, जिन्होंने आप रैम भी कहने, प्राइमरी मैमरी भी कहने, उस दे अंदर डिक्लेयर हो जाए। जोड़ा रजिस्टर वेरीएबल है वो डिक्लेयर होंगे सीधा रजिस्टर के। रजिस्टर एक स्पैशल टाइप की मैमरी है जी CPU के अंदर एग्जिस्ट करती है, सेंट्रल प्रोसैसिंग यूनिट।
ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਅੰਦਰ ਡਿਕਲੇਅਰ ਕਰਦੇ ਹਾਂ ਅਸੀਂ ਵੇਰੀਏਬਲਸ ਨੂੰ, ਐਂਡ ਉਸ ਦੇ ਅੰਦਰ ਹੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਸੈਂਟਰਲ ਪ੍ਰੋਸੈਸਿੰਗ ਦੇ ਅੰਦਰ ਵੇਰੀਏਬਲਸ। ਰਜਿਸਟਰ ਇੱਕ ਸਪੈਸ਼ਲ ਟਾਈਪ ਦੀ ਮੈਮਰੀ ਹੈ ਜਿਹੜੀ CPU ਦੇ ਅੰਦਰ ਹੁੰਦੀ ਹੈ, ਅਤੇ ਉਸ ਨੂੰ ਅਸੀਂ CPU ਦੇ ਵਿੱਚ ਡਾਇਰੈਕਟ ਵੇਰੀਏਬਲ ਡਿਕਲੇਅਰ ਕਰ ਸਕਦੇ ਹਾਂ, CPU ਦੇ ਅੰਦਰ ਵੇਰੀਏਬਲ ਡਿਕਲੇਅਰ ਕਰ ਸਕਦੇ ਹਾਂ। ਇਹਦਾ ਫਾਇਦਾ ਕੋਈ ਖਾਸ ਨਹੀਂ ਹੈ, ਬਸ ਕਿਉਂਕਿ ਅਸੀਂ ਜ਼ਿਆਦਾ ਵੇਰੀਏਬਲ ਡਿਕਲੇਅਰ ਨਹੀਂ ਕਰ ਸਕਦੇ, ਇਸ ਕਰਕੇ ਕਹਿ ਰਹੇ ਹਾਂ ਫਾਇਦਾ ਨਹੀਂ ਹੈ। ਵੈਸੇ ਫਾਇਦਾ ਹੈ, ਫਾਇਦਾ ਇਹ ਹੈ ਕਿ ਸਪੀਡ ਵੱਧ ਜਾਂਦੀ ਹੈ, ਕਿਉਂਕਿ ਨਾਰਮਲੀ CPU ਕੀ ਕਰਦਾ ਹੈ, ਵੇਰੀਏਬਲ ਨੂੰ ਮੈਮਰੀ ਚੋਂ ਰੀਡ ਕਰਦਾ ਹੈ, ਫਿਰ ਉਹ ਰਜਿਸਟਰ 'ਚ ਸਟੋਰ ਕਰਦਾ ਹੈ, ਰਜਿਸਟਰ ਤੋਂ ਫਿਰ ਉਹ CPU ਕੋਲੇ ਪ੍ਰੋਸੈਸਿੰਗ ਦੇ ਲਈ ਜਾਂਦਾ ਹੈ। ਇਸ ਤਰ੍ਹਾਂ ਨਾਲ ਵੇਰੀਏਬਲ ਦੀ ਜਿਹੜੀ ਯੂਜ਼ ਹੈ ਉਹ ਹੁੰਦੀ ਹੈ, ਮੈਮਰੀ ਤੋਂ ਰਜਿਸਟਰ 'ਚ ਜਾਂਦੇ ਨੇ, ਰਜਿਸਟਰ ਤੋਂ CPU ਯੂਜ਼ ਕਰਦਾ ਹੈ। ਹਾਲਾਂਕਿ ਰਜਿਸਟਰ CPU ਦੇ ਅੰਦਰ ਹੀ ਹੁੰਦੇ ਨੇ ਜਿਹੜੇ ਟੈਂਪਰੇਰੀ ਸਟੋਰੇਜ ਲਈ ਯੂਜ਼ ਕੀਤੇ ਜਾਂਦੇ। ਜਦੋਂ ਅਸੀਂ ਵੇਰੀਏਬਲ ਨੂੰ ਡਾਇਰੈਕਟ ਰਜਿਸਟਰ ਦੇ ਅੰਦਰ ਸਟੋਰ ਕਰ ਦਿੰਦੇ ਹਾਂ ਤਾਂ ਜਿਹੜਾ ਸਟੈਪ ਹੈ ਮੈਮਰੀ ਤੋਂ ਰੀਡ ਕਰਨ ਦਾ ਉਹ ਘਟ ਜਾਂਦਾ। ਮੈਮਰੀ ਸਲੋ ਵੀ ਹੁੰਦੀ ਹੈ, ਰਜਿਸਟਰ ਉਹਦੇ ਨਾਲੋਂ ਜ਼ਿਆਦਾ ਫਾਸਟ ਨੇ। ਰਜਿਸਟਰ ਦੀ ਜਿਹੜੀ ਸਪੀਡ ਹੈ ਉਹ ਮੈਮਰੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਅਸੀਂ ਜੇ ਰਜਿਸਟਰ 'ਚ ਵੇਰੀਏਬਲ ਡਿਕਲੇਅਰ ਕਰ ਦਈਏ ਤਾਂ ਡਾਇਰੈਕਟ CPU ਯੂਜ਼ ਕਰ ਲੈਂਦਾ ਤੇ ਫਾਸਟ ਕੰਮ ਕਰਦਾ। ਪਰ ਅਸੀਂ ਥੋੜੇ ਹੀ ਵੇਰੀਏਬਲ ਡਿਕਲੇਅਰ ਕਰ ਸਕਦੇ ਹਾਂ ਕਿਉਂਕਿ ਇਹ ਮੈਮਰੀ ਬਹੁਤ ਲਿਮਟਿਡ ਹੁੰਦੀ ਹੈ। ਰਜਿਸਟਰ ਜ਼ਿਆਦਾਤਰ ਆਕੂਪਾਈਡ ਹੁੰਦੇ ਨੇ ਅਲੱਗ-ਅਲੱਗ ਡਾਟੇ ਨਾਲ। ਫ੍ਰੀ ਰਜਿਸਟਰ ਬਹੁਤ ਘੱਟ ਮਿਲਦਾ ਕਈ ਵਾਰ, ਤੇ ਜੇ ਮਿਲ ਵੀ ਜਾਵੇ ਤਾਂ ਉਹ ਬਹੁਤ 1-2 ਵੇਰੀਏਬਲ ਡਿਕਲੇਅਰ ਕਰਨ ਲਈ ਵਰਤਿਆ ਜਾ ਸਕਦਾ। ਇਹ ਨਹੀਂ ਹੈ ਕਿ ਅਸੀਂ ਕੋਈ 15-20 ਵੇਰੀਏਬਲ ਇਹ 'ਚ ਡਿਕਲੇਅਰ ਕਰ ਦਾਂਗੇ ਰਜਿਸਟਰ 'ਤੇ, ਇੱਦਾਂ ਦਾ ਕੁਝ ਨਹੀਂ। ਸੋ ਨਾਰਮਲੀ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰਦੇ, ਅਸੀਂ ਆਟੋਮੈਟਿਕ ਯੂਜ਼ ਕਰਦੇ। ਸੋ ਆਟੋਮੈਟਿਕ ਵੇਰੀਏਬਲਸ ਦੇ ਵਿੱਚ ਸਾਡੇ ਕੋਲੇ they are declared inside a function in which they are utilized। ਜਿਹੜੇ ਫੰਕਸ਼ਨ ਦੇ ਵਿੱਚ ਉਹਨਾਂ ਨੂੰ ਡਿਕਲੇਅਰ ਕੀਤਾ ਜਾਂਦਾ ਹੈ ਉਸੇ ਫੰਕਸ਼ਨ ਦੇ ਅੰਦਰ ਉਹਨਾਂ ਨੂੰ ਯੂਟਿਲਾਈਜ਼ ਮਤਲਬ ਯੂਜ਼ ਕੀਤਾ ਜਾਂਦਾ ਹੈ। ਯੂਟਿਲਾਈਜ਼ ਦਾ ਮਤਲਬ ਹੋ ਗਿਆ ਯੂਜ਼ ਕੀਤਾ ਜਾਂਦਾ। ਜਿਹੜੇ ਫੰਕਸ਼ਨ 'ਚ ਡਿਕਲੇਅਰ ਕਰਾਂਗੇ ਉਸੇ ਫੰਕਸ਼ਨ 'ਚ ਉਸਨੂੰ ਅਸੀਂ ਯੂਜ਼ ਕਰਨਾ। they are declared using auto keyword, ਮਤਲਬ ਜੇ ਤੁਸੀਂ ਆਟੋ ਨਹੀਂ ਵੀ ਲਾਓਗੇ ਤਾਂ ਵੀ ਆਟੋ ਮੰਨਿਆ ਜਾਏਗਾ। ਅਸੀਂ ਲਿਖ ਸਕਦੇ ਹਾਂ ਆਟੋ ਇੰਟ ਅੱਗੇ ਨੰਬਰ ਤਾਂ ਵੇਰੀਏਬਲ ਦਾ ਨਾਮ, ਮਤਲਬ ਜੇ ਤੁਸੀਂ ਨਹੀਂ ਵੀ ਆਟੋ ਲਿਖਦੇ ਤਾਂ ਵੀ ਉਹ ਆਟੋ ਹੀ ਮੰਨਿਆ ਜਾਂਦਾ। ਜਿਵੇਂ ਇੱਧਰ ਐਗਜ਼ਾਮਪਲ ਦਿੱਤੀ ਹੈ ਆਟੋਮੈਟਿਕ ਵੇਰੀਏਬਲ ਲਈ, ਆ ਮੈਂ ਇੰਟੀਜਰ n ਡਿਕਲੇਅਰ ਕਰਿਆ ਹੈ, 10 ਇਹਦੀ ਵੈਲਿਊ ਦਿੱਤੀ ਹੈ, ਇਹਨੂੰ ਮੈਂ ਪ੍ਰਿੰਟ ਵੀ ਕਰ ਸਕਦਾ, 10 ਪ੍ਰਿੰਟ ਹੋ ਜਾਏਗਾ। ਉਸ ਤੋਂ ਬਾਅਦ ਮੈਂ ਫੰਕਸ਼ਨ 1 ਨੂੰ ਕਾਲ ਕੀਤਾ। ਜਦੋਂ ਮੈਂ ਫੰਕਸ਼ਨ 1 ਨੂੰ ਕਾਲ ਕੀਤਾ ਤਾਂ ਫੰਕਸ਼ਨ 1 ਹੈ, ਇਹਨੂੰ ਕਾਲ ਕੀਤਾ ਤਾਂ ਇੱਥੇ ਤੁਸੀਂ n ਨੂੰ ਪ੍ਰਿੰਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਨਹੀਂ ਪ੍ਰਿੰਟ ਹੋਏਗਾ, ਐਰਰ ਆਏਗਾ। ਕਿਉਂ? ਕਿਉਂਕਿ n ਵੇਰੀਏਬਲ ਮੇਨ ਫੰਕਸ਼ਨ ਦੇ ਅੰਦਰ ਡਿਕਲੇਅਰ ਹੋਇਆ ਹੋਇਆ ਇੱਕ ਆਟੋ ਵੇਰੀਏਬਲ ਹੈ। ਉਸਦਾ ਜਿਹੜਾ ਸਕੋਪ ਹੈ ਉਹ ਮੇਨ ਦੇ ਅੰਦਰ ਹੀ ਹੈ, ਉਹ ਮੇਨ ਤੋਂ ਬਾਹਰ ਨਹੀਂ ਚੱਲ ਸਕਦਾ। ਸੋ ਇਹ ਵੇਰੀਏਬਲ ਆਟੋ ਵੇਰੀਏਬਲ ਇਹ ਇਸ ਫੰਕਸ਼ਨ ਤੋਂ ਬਾਅਦ ਮੇਨ ਫੰਕਸ਼ਨ ਤੋਂ ਬਾਹਰ ਕਿਸੇ ਦੂਸਰੇ ਫੰਕਸ਼ਨ ਦੇ ਵਿੱਚ ਐਕਸੈਸਿਬਲ ਨਹੀਂ ਹੈ। ਠੀਕ ਹੈ। ਸੋ ਆਟੋ ਵਰਡ ਲਿਖਣਾ ਜਾਂ ਨਾ ਲਿਖਣਾ ਤੁਹਾਡੀ ਮਰਜ਼ੀ ਹੈ, ਕਿਉਂਕਿ ਬਾਈ ਡਿਫਾਲਟ ਆਟੋ ਹੀ ਹੁੰਦੇ ਨੇ ਜਿਹੜੇ ਫੰਕਸ਼ਨ ਦੇ ਅੰਦਰ ਡਿਕਲੇਅਰ। ਇੱਥੇ ਆਟੋ ਲਿਖਣਾ ਤੁਸੀਂ ਦੇਖ ਸਕਦੇ ਹੋ, ਜੇ ਨਹੀਂ ਵੀ ਲਿਖਣਾ, ਆਪਾਂ ਕੋਈ ਲਿਖਦਾ ਨਹੀਂ ਹੈ ਵੈਸੇ, तो ये ऑटोमेटिकली आटो ही नहीं। They are created when the function is called and destroyed automatically when the function is exited। ਜਦੋਂ ਫੰਕਸ਼ਨ ਕਾਲ ਕੀਤਾ ਜਾਏਗਾ ਤਾਂ ਇਹ ਇਹਨਾਂ ਦਾ ਬਰਥ ਹੋ ਜਾਏਗਾ। ਮੇਨ ਆਪਣੇ ਆਪ ਹੀ ਕਾਲ ਹੁੰਦਾ ਤੇ ਜਦੋਂ ਮੇਨ ਕਾਲ ਹੋਇਆ ਆਪਣੇ ਆਪ ਹੀ ਰਨ ਕਰਾਂਗੇ ਅਸੀਂ ਪ੍ਰੋਗਰਾਮ ਤਾਂ ਇਹ ਵੇਰੀਏਬਲ ਦਾ ਬਰਥ ਹੋ ਜਾਏਗਾ। ਜਦੋਂ ਇਹ ਮੇਨ ਖਤਮ ਹੋਏਗਾ ਤਾਂ ਵੇਰੀਏਬਲ ਖਤਮ ਹੋ ਜਾਏਗਾ। This variable is therefore private or local to the function in which they are declared। ਉਹ ਆਪਾਂ ਗੱਲ ਕਰ
Variables declared inside a function without storage specification is by default automatic variable। ਇਹ ਵੀ ਪਹਿਲਾਂ ਦੱਸ ਦਿੱਤਾ ਹੈ ਵੀ ਜੇ ਤੁਸੀਂ storage class ਨਹੀਂ ਦੱਸਦੇ, storage class auto ਹੈ ਨਾ ਇਹਦੀ, ਜੇ ਨਹੀਂ ਵੀ ਲਿਖੋਗੇ ਤਾਂ ਵੀ ਉਹ auto ਹੀ ਹੋਏਗਾ। ਜੇ function ਦੇ ਅੰਦਰ they are not initialized by default, ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ ਵੇਰੀਏਬਲ ਨੂੰ ਕੋਈ ਇਨੀਸ਼ੀਅਲ ਵੈਲਿਊ ਨਹੀਂ ਦਿੰਦੇ ਹੋ ਤਾਂ ਉਸਦੇ ਅੰਦਰ ਕੋਈ ਗਾਰਬੇਜ ਵੈਲਿਊ ਹੋਏਗੀ। ਇਹ ਉਸੇ ਤਰ੍ਹਾਂ ਹੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਮੈਂ ਕੋਈ ਪਲਾਟ ਖਰੀਦਿਆ ਤਾਂ ਪਲਾਟ ਦੇ ਵਿੱਚ ਜੇ ਕੋਈ ਕਿਸੇ ਨੇ ਕੂੜਾ ਕਰਕਟ ਸਿੱਟਿਆ ਹੋਏਗਾ ਉਹ ਉੱਥੇ ਪਿਆ ਹੋਏਗਾ, ਮਤਲਬ ਪਲਾਟ ਖਾਲੀ ਕਦੀ ਨਹੀਂ ਹੁੰਦਾ, ਉੱਥੇ ਘਾਹ ਤਾਂ ਹੋਊਗਾ ਹੀ, ਹੋਰ ਨਹੀਂ ਕੁਛ, ਘਾਹ ਹੋ ਗਿਆ ਜਾਂ ਮਿੱਟੀ ਵੀ ਹੋਊਗੀ, ਲਾ ਲਓ ਕੁਛ ਤਾਂ ਹੋਊਗਾ ਹੀ ਨਾ ਪਲਾਟ। ਉਸੇ ਤਰ੍ਹਾਂ ਨਾਲ ਮੈਮਰੀ ਕਦੀ ਖਾਲੀ ਨਹੀਂ ਹੁੰਦੀ, ਉਹਦੇ ਅੰਦਰ ਕੁਛ ਨਾ ਕੁਛ ਪਿਆ ਹੁੰਦਾ। ਉਹ ਅਸੀਂ ਯੂਜ਼ੇਬਲ ਹੈ ਤਾਂ ਅਸੀਂ ਕਹਿੰਦੇ ਆ ਕਿ ਉਹ ਸਾਡਾ ਡਾਟਾ ਹੈ, ਜੇ ਯੂਜ਼ੇਬਲ ਨਹੀਂ ਹੈ ਤਾਂ ਅਸੀਂ ਉਹਨੂੰ ਖਾਲੀ ਮੰਨ ਲੈਂਦੇ ਹਾਂ, ਪਰ ਉੱਥੇ ਹਮੇਸ਼ਾ ਕੁਝ ਨਾ ਕੁਝ ਪਿਆ ਹੁੰਦਾ। 1 ਐਂਡ 0 ਦੀ ਫਾਰਮ ਦੇ ਵਿੱਚ ਮੈਮਰੀ ਦੇ ਅੰਦਰ ਹਰ ਸਮੇਂ ਕੁਛ ਨਾ ਕੁਛ ਪਿਆ ਹੁੰਦਾ। ਜੋ ਕੁਝ ਵੀ ਉੱਥੇ ਪਿਆ ਹੋਏਗਾ, ਜਿੱਥੇ ਵੇਰੀਏਬਲ ਨੂੰ ਸਪੇਸ ਮਿਲੀ, ਉਹ ਗਾਰਬੇਜ ਵੈਲਿਊ ਮੰਨੀ ਜਾਂਦੀ ਹੈ ਤੇ ਉਹ ਵੇਰੀਏਬਲ ਦੀ ਵੈਲਿਊ ਬਣ ਜਾਂਦੀ ਹੈ ਜਦੋਂ ਅਸੀਂ ਵੇਰੀਏਬਲ ਨੂੰ ਡਿਕਲੇਅਰ ਕਰਦੇ ਹਾਂ ਪਰ ਉਹਨੂੰ ਅਸੀਂ ਵੈਲਿਊ ਨਹੀਂ ਦਿੰਦੇ। ਸੋ ਇਹ ਦੇਖਣਾ ਹੁੰਦਾ ਕਿ ਕਿਤੇ ਗਾਰਬੇਜ ਵੈਲਿਊ ਪ੍ਰੋਗਰਾਮ 'ਚ ਕਿਤੇ ਯੂਜ਼ ਨਾ ਹੋ ਜਾਵੇ, ਕਿਉਂਕਿ ਜੇ ਗਾਰਬੇਜ ਵੈਲਿਊ ਯੂਜ਼ ਹੋ ਗਈ ਤਾਂ ਰਿਜ਼ਲਟ ਫਿਰ ਗਲਤ ਆਉਣ ਲੱਗ ਜਾਂਦਾ। ਸੋ ਵੇਰੀਏਬਲ ਨੂੰ ਚਾਹੇ ਇਨਪੁਟ ਕਰਕੇ ਵੈਲਿਊ ਦਿੱਤੀ ਜਾਵੇ, ਚਾਹੇ ਇਨੀਸ਼ੀਅਲਾਈਜ਼ ਕੀਤਾ ਜਾਵੇ, ਉਹਨੂੰ ਵੈਲਿਊ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੇਰੀਏਬਲ ਕਿਤੇ ਗਾਰਬੇਜ ਵੈਲਿਊ ਨਾ ਚੁੱਕੇ। ਐਕਸਟਰਨਲ ਵੇਰੀਏਬਲਸ ਨੇ, ਐਕਸਟਰਨਲ ਵੇਰੀਏਬਲਸ ਜੋ ਆਪਾਂ ਬਾਹਰ ਡਿਕਲੇਅਰ ਕਰ ਲੈਂਦੇ ਹਾਂ ਕਈ ਵਾਰ, ਜਿਨ੍ਹਾਂ ਨੂੰ ਆਪਾਂ ਫਾਈਲ ਦੇ ਅੰਦਰ ਡਿਕਲੇਅਰ ਨਹੀਂ ਕਰਦੇ। ਮੇਰੇ ਕਹਿਣ ਨੂੰ ਫਾਈਲ ਦੇ ਅੰਦਰ ਅਸੀਂ ਡਿਕਲੇਅਰ ਨਹੀਂ ਕਰਦੇ, ਅਸੀਂ ਉਹਨਾਂ ਨੂੰ ਬਾਹਰ, ਜਿਵੇਂ ਆ ਦੇਖੋ ਇੱਥੇ ਡਿਕਲੇਅਰ ਹੋਇਆ ਹੈ ਵੇਰੀਏਬਲ ਇੰਟੀਜਰ n is equal to 10, ਇਹ ਗਲੋਬਲ ਜਾਂ ਐਕਸਟਰਨਲ ਵੇਰੀਏਬਲ, ਠੀਕ ਹੈ। ਗਲੋਬਲ ਪਹਿਲਾਂ ਇਹਨੂੰ ਬਣਾਉਣਾ ਪਏਗਾ, ਐਕਸਟਰਨਲ ਬੇਸਿਕਲੀ ਤਾਂ ਉਦੋਂ ਬਣਦਾ ਜਦੋਂ ਇਹ ਦੂਸਰੀ ਫਾਈਲ 'ਚੋਂ ਯੂਜ਼ ਕੀਤਾ ਜਾਂਦਾ, ਪਰ ਅਸੀਂ ਇਸ ਨੂੰ ਕਿਉਂਕਿ ਇਹ ਉਹਦਾ ਹੀ ਇੱਕ ਪਾਰਟ ਹੈ ਇਸ ਕਰਕੇ ਇਸ ਨੂੰ ਐਕਸਟਰਨ ਕਹਿ ਸਕਦੇ ਹਾਂ, ਕਿਉਂਕਿ ਇਹ ਫੰਕਸ਼ਨ ਤੋਂ ਬਾਹਰਲਾ ਵੀ। These variables are declared outside any function। ਪਹਿਲੀ ਗੱਲ ਤਾਂ ਜ਼ਰੂਰੀ ਹੈ ਕਿ ਫੰਕਸ਼ਨ ਤੋਂ ਬਾਹਰ ਡਿਕਲੇਅਰ ਹੋਣਗੇ। ਹੁਣ ਕਿਉਂਕਿ ਵੇਰੀਏਬਲ ਬਾਹਰ ਹੈ, ਇਹ ਵੇਰੀਏਬਲ ਇਸ ਫੰਕਸ਼ਨ ਦੇ ਵਿੱਚ ਵੀ ਚੱਲ ਸਕਦਾ ਹੈ, ਇਹ ਵੇਰੀਏਬਲ ਇਹ ਦੂਸਰੇ ਫੰਕਸ਼ਨ ਵਿੱਚ ਵੀ ਚੱਲ ਸਕਦਾ। ਤਾਂ ਜਦੋਂ ਤੁਸੀਂ ਵੇਰੀਏਬਲ ਦੀ ਵੈਲਿਊ ਦੱਸ ਦਿੱਤੀ ਹੈ, ਇੱਥੇ ਪ੍ਰਿੰਟ ਕਰੋਗੇ ਤਾਂ ਪ੍ਰਿੰਟ ਹੋ ਜਾਏਗਾ। ਮੇਨ ਤਾਂ ਆਪਣੇ ਆਪ ਹੀ ਕਾਲ ਹੋ ਜਾਂਦਾ, ਦੂਜੇ ਫੰਕਸ਼ਨਾਂ ਨੂੰ ਕਾਲ ਕਰਨਾ ਪੈਂਦਾ। ਤਾਂ ਫੰਕਸ਼ਨ 1 ਨੂੰ ਜਦੋਂ ਕਾਲ ਕੀਤਾ ਤਾਂ ਫੰਕਸ਼ਨ 1 ਦੇ ਨਾਲ ਆ ਫੰਕਸ਼ਨ ਚੱਲੇਗਾ, ਇਹ ਚੱਲੇਗਾ ਤਾਂ ਇਹ ਵੀ n ਦੀ ਵੈਲਿਊ ਪ੍ਰਿੰਟ ਕਰ ਰਿਹਾ, ਇਹ ਵੀ 10 ਪ੍ਰਿੰਟ ਕਰ ਰਿਹਾ, ਮਤਲਬ n ਜਿਹੜਾ ਹੈ ਇਹ ਕਾਮਨ ਵੇਰੀਏਬਲ ਹੋ ਗਿਆ ਸਾਰੇ ਫੰਕਸ਼ਨ। These variables are active and alive throughout the entire program। ਜਿਵੇਂ ਕਿ ਬਾਕੀ ਵੇਰੀਏਬਲ ਸਿਰਫ ਫੰਕਸ਼ਨ ਦੇ ਅੰਦਰ ਤੱਕ ਹੀ ਸਕੋਪ ਹੁੰਦਾ ਉਹਨਾਂ ਦਾ, ਉਹ ਫੰਕਸ਼ਨ ਦੇ ਅੰਦਰੋਂ ਹੀ ਚੱਲ ਸਕਦੇ ਨੇ, ਅੰਦਰ ਹੀ ਡਿਕਲੇਅਰ ਹੁੰਦੇ ਨੇ, ਅੰਦਰ ਹੀ ਡੈਥ ਹੋ ਜਾਂਦੀ ਹੈ। ਉਸ ਤਰੀਕੇ ਦੇ ਨਾਲ ਜਿਹੜੇ ਇਹ ਵੇਰੀਏਬਲ ਨੇ ਐਕਸਟਰਨਲ ਵੇਰੀਏਬਲਸ ਜਿਹਨਾਂ ਨੂੰ ਕਹਿੰਦੇ ਆ, ਠੀਕ ਹੈ, ਉਹਨਾਂ ਵੇਰੀਏਬਲਸ ਨੂੰ ਅਸੀਂ ਜਿੰਨਾ ਚਿਰ ਤੱਕ ਪ੍ਰੋਗਰਾਮ ਚੱਲਦਾ ਰਹਿੰਦਾ ਉਹਨਾਂ ਚਿਰ ਤੱਕ ਇਹ ਵੇਰੀਏਬਲ ਚੱਲਦੇ ਰਹਿੰਦੇ ਨੇ, ਤੇ ਜਦੋਂ ਪ੍ਰੋਗਰਾਮ ਐਗਜ਼ਿਟ ਹੁੰਦਾ ਉਦੋਂ ਇਹ ਵੇਰੀਏਬਲ ਐਗਜ਼ਿਟ ਹੁੰਦਾ। ਇਹਨਾਂ ਦਾ ਹੀ ਸਿਸਟਮ। These are also known as global variables and default value is 0। ਇਹਨਾਂ ਦੀ ਡਿਫਾਲਟ ਵੈਲਿਊ 0 ਹੁੰਦੀ ਹੈ, ਮਤਲਬ ਜੇ ਤੁਸੀਂ ਇਨੀਸ਼ੀਅਲਾਈਜ਼ ਨਹੀਂ ਵੀ ਕਰਦੇ ਤਾਂ ਇਹ ਗਾਰਬੇਜ ਵੈਲਿਊ ਨਹੀਂ ਚੱਕਦੀ, ਜਿਵੇਂ ਪਹਿਲਾਂ ਗੱਲ ਕੀਤੀ ਸੀ। ਤੋ ਆਟੋਮੈਟਿਕ ਵੇਰੀਏਬਲਸ ਨੂੰ ਜਦੋਂ ਅਸੀਂ ਡਿਕਲੇਅਰ ਕਰਦੇ ਹਾਂ ਤੇ ਉਹਨਾਂ ਦੀ ਗਾਰਬੇਜ ਵੈਲਿਊ ਆ ਜਾਂਦੀ ਹੈ, ਜਿਵੇਂ ਪਲਾਟ ਵਾਲੀ ਐਗਜ਼ਾਮਪਲ ਦਿੱਤੀ ਸੀ। ਲੇਕਿਨ ਜਿਹੜੇ ਗਲੋਬਲ ਵੇਰੀਏਬਲ ਨੇ ਇਸ ਤਰ੍ਹਾਂ ਇਹਨਾਂ ਨੂੰ ਗਾਰਬੇਜ ਵੈਲਿਊ ਨਹੀਂ ਮਿਲਦੀ, ਆਟੋਮੈਟਿਕਲੀ ਇਹ 0 ਹੋ ਜਾਂਦੇ ਨੇ ਤੇ ਜੇ ਅਸੀਂ ਵੈਲਿਊ ਨਹੀਂ ਦਿੰਦੇ।
Unlike local variables, they are accessed by any function in the program. लोकल ਨੂੰ ਤਾਂ ਸਿਰਫ ਉਹੀ ਫੰਕਸ਼ਨ ਐਕਸੈਸ ਕਰੇਗਾ ਨਾ ਜਿਹਦੇ ਚੋਂ ਡਿਕਲੇਅਰ ਹੁੰਦੇ ਨੇ, ਲੇਕਿਨ ਕਿਉਂਕਿ ਇਹ ਗਲੋਬਲ ਨੇ ਇਸ ਕਰਕੇ ਇਹਨਾਂ ਨੂੰ ਕੋਈ ਵੀ ਫੰਕਸ਼ਨ, ਐਨੀ ਫੰਕਸ਼ਨ ਕੈਨ access these variables easily. In case local variables and global variables have same name, ਮੰਨ ਲਓ ਵੀ ਤੁਸੀਂ ਇੱਕ ਉੱਪਰ ਇੰਟੀਜਰ n ਲਿਖ ਲਿਆ ਕਿ ਇੱਥੇ ਵੀ ਡਿਕਲੇਅਰ ਕਰ ਲਿਆ, ਦੋਨਾਂ ਦਾ ਨਾਮ ਤੁਸੀਂ n ਰੱਖਤਾ, ਇੰਟੀਜਰ n, ਮੰਨ ਲਓ ਇੱਥੇ ਤੁਸੀਂ ਵੈਲਿਊ 20 ਦੇ ਦਿੱਤੀ, ਤਾਂ ਜਦੋਂ ਆ printf ਚੱਲੇਗਾ ਤਾਂ 20 ਵੈਲਿਊ ਪ੍ਰਿੰਟ ਕਰੇਗਾ, ਇਹ ਵਾਲਾ ਪ੍ਰਿੰਟ 20 ਵੈਲਿਊ ਪ੍ਰਿੰਟ ਕਰੇਗਾ, ਕਿਉਂਕਿ ਲੋਕਲ ਵੇਰੀਏਬਲ ਦਾ ਨਾਮ ਬਾਹਰਲੇ ਵੇਰੀਏਬਲ ਮਤਲਬ ਗਲੋਬਲ ਵੇਰੀਏਬਲ ਨਾਲ ਮੈਚ ਕਰ ਗਿਆ, ਕਲੈਸ਼ ਹੋ ਗਿਆ, ਇਸ ਕਰਕੇ ਪ੍ਰੈਫਰੈਂਸ ਲੋਕਲ ਵੇਰੀਏਬਲ ਨੂੰ ਮਿਲੇਗੀ, ਪ੍ਰੈਫਰੈਂਸ ਦੇ ਅਕੋਰਡਿੰਗਲੀ ਲੋਕਲ ਵੇਰੀਏਬਲ ਦੀ ਵੈਲਿਊ ਹੀ ਯੂਜ਼ ਕਰੇਗਾ ਮੇਨ ਫੰਕਸ਼ਨ। ਲੇਕਿਨ ਜਿਹੜਾ ਦੂਸਰਾ ਫੰਕਸ਼ਨ ਹੈ, ਕਿਉਂਕਿ ਇਹਦਾ ਤਾਂ ਇਹਦੇ ਕੋਲੇ ਆਪਦਾ n ਕੋਈ ਨਹੀਂ ਡਿਕਲੇਅਰ ਹੋਇਆ ਹੋਇਆ, ਇਹ ਗਲੋਬਲ ਵੇਰੀਏਬਲ ਨੂੰ ਯੂਜ਼ ਕਰੇਗਾ ਉੱਪਰ, ਠੀਕ ਹੈ। ਇਨ ਕੇਸ ਲੋਕਲ ਵੇਰੀਏਬਲ ਐਂਡ ਗਲੋਬਲ ਵੇਰੀਏਬਲ have same name, the local variable will have precedence over the global one, ठीक है। local variable ਨੂੰ precedence मिलेगी, local variable चलेगा, global नहीं चलेगा। sometimes the keyword extern used to declare these variables, कई बार ਅਸੀਂ extern यूज करते हैं, बेसिकली extern ਉਦੋਂ यूज करते हैं ਜਦੋਂ ਅਸੀਂ दूसरी फाइल ਦੇ ਵਿੱਚ यूज करते हैं। मतलब मान लो ये एक फाइल है, इसका प्रोग्राम का नाम तुसी ABC रखे है .C लैंग्वेज का, इस करके .C। एक होर प्रोग्राम बनाया तुसी XYZ.C, उस दे अंदर तुसी इहदे वाला वेरिएबल यूज करना, तो उत्थे तुसी एक्सटर्न यूज करते हो भी ये वेरिएबल एक्सटर्नली डिक्लेयर्ड है, एक्सटर्नली डिक्लेयर्ड है, मतलब इस फाइल के अंदर नहीं है, XYZ के अंदर ये एक्सटर्नली डिक्लेयर्ड वेरिएबल है, तो उत्थे तुसी एक्सटर्न यूज करते हो, एक्सटर्न इंटीजर जो भी है वो आप बाहरला वेरिएबल जिहड़ा है वो इत्थे वरत सकते, ठीक है। उहदे नाल बाहरले वैल्यू की दूसरे किसी फाइल के वेरिएबल इत्थे यूज किया जा सकदा, पर पहला ग्लोबल होना चाहिए दूजी फाइल। स्टैटिक वेरिएबल्स, इन्हां दा जिहड़ा लाइफ है वो ग्लोबल वर्गी है, ते जिहड़ा स्कोप है वो लोकल वर्ग है। लाइफ तो इन्हां दी ग्लोबल वर्गी है कि यह जिन्ना चिर तक पूरा प्रोग्राम एग्जिट नहीं हुंदा उन्ना चिर तक ये अपनी लाइफ बना के रखते हैं, पर इन्हां दा जिहड़ा स्कोप है कि यूज कित्थे हो सकते हैं, ये जिहड़े फंक्शन च डिक्लेयर होए ने सिर्फ उहदे च यूज हो सकते। तो स्कोप है जिहड़ा लोकल वर्ग है एंड जिहड़ा लाइफ है वो ग्लोबल। The value of static variables persists until the end of the program, ये तो उहदी लाइफ होगी। It is declared using the keyword static, static keyword लिख के, static keyword लिख के इसमें डिक्लेयर कर सकते हैं। स्टैटिक इंटीजर x, ऑटो की जगह स्टैटिक लिखना, फंक्शन के अंदर डिक्लेयर करना है। देखो इधर करिया static integer n is equal to 0, this is a static variable। static variables are initialized only once when the program is compiled। जो प्रोग्राम कंपाइल होएगा तो इसकी वैल्यू 0 हो जाएगी, उस तो बाद दोबारा 0 नहीं होएगी, ये फंक्शन जिन्नी बार मर्जी कॉल हो जाए। नॉर्मली जिहड़े ऑटो वेरिएबल ने दोबारा री इनिशियलाइज हो जाते होंगे, री मतलब जे स्टैटिक ना लिखा जाए तो ही ऑटो बन जाएगा। तो जिन्नी बार भी फंक्शन, देखो मैं फंक्शन 3 बार कॉल करी, फंक्शन 1 फंक्शन 1 मेन दे विचों पहला तो मेन ही चलेगा ना, अपने आप रन करांगे तो मेन चलेगा, मेन चलेगा फंक्शन 1 ਨੂੰ कॉल करेगा, फंक्शन 1 ਨੂੰ कॉल करेगा तो फंक्शन 1 की करेगा एन डिक्लेयर कर लेगा स्टैटिक, उसकी वैल्यू 0 कर देगा, उस तो बाद 1 ਵਧਾ देगा, एन की वैल्यू 1 बन जाएगी, फिर वो प्रिंट कर देगा एन की वैल्यू 1 प्रिंट हो जाएगी, आ चीज प्रिंट हो।
फिर दोबारा कॉल होएगा, तो चल गया वो दोबारा फिर कॉल कर लिया फंक्शन वन। हुण जो दोबारा कॉल करांगे इत्थे फर्क पैना। हुण जो दोबारा कॉल करांगे जे स्टैटिक नहीं लिखिया होया फिर तो n दोबारा 0 हो जाएगा, फिर 1 बन जाएगा, 1 तो बाद 1 फिर इत्थे फिर 1 प्रिंट होना सीगा। पर क्योंकि स्टैटिक बनया होया है वेरीएबल, इसने अपनी वैल्यू लूज नहीं की। यदि पहला वाली वैल्यू 1 सी 1 जो कि लूज नहीं हुई, दोबारा ये n 0 नहीं बनया क्योंकि ये स्टैटिक, ये दोबारा n 0 नहीं होया, ये दोबारा इनिशियलाइज नहीं होया क्योंकि ये स्टैटिक। तो इस वेरीएबल नूं असीं उत्थों ही वैल्यू चकांगे, मतलब आ लाइन दोबारा नहीं एग्जीक्यूट होएगी, अगली चलेगी। n की वैल्यू 1 + 1 2 हो जाएगी एंड प्रिंट होएगा 2। फिर फंक्शन नूं असीं तीजी बार कॉल कर लिया, तीजी बार कॉल करिया तो फिर उस तरह ये स्टैटिकली दोबारा इनिशियलाइज नहीं होएगा। पुरानी वैल्यू 2 सी, 2 च 1 जुड़ जाएगा 3, 3 प्रिंट हो जाएगा 3। सो इस वेरीएबल की जी लाइफ है वो पूरे प्रोग्राम तक है, अपनी वैल्यू लूज नहीं करता इन बिटवीन कॉल्स। एंड यदि जी स्कोप है वो सिर्फ फंक्शन वन के अंदर ही है, फंक्शन वन के अंदर ही यूज हो सकता है, उस तो बाहर कितने यूज नहीं हो सकता। पर लाइफ यदि पूरे प्रोग्राम तक है। आर ओनली एक्सेसिबल इनसाइड द फंक्शन इन विच दे आर डिक्लेयर्ड। और इन्होंने इनिशियल वैल्यू देनी होंगी है जरूरी। These variables are stored in one of the CPU register। मैं दसिया सी कि रजिस्टर वेरीएबल ने जेडे वो CPU ਦੇ अंदर एक मैमरी होंगी है जिन्होंने रजिस्टर कहा जाता। बहुत फास्ट मैमरी है, फास्टेस्ट मैमरी है, पर बहुत लिमिटेड अमाउंट में एंड आर डिक्लेयर्ड यूजिंग ए रजिस्टर कीवर्ड। बस वही तरीका है कि मूरे रजिस्टर लिख दो, अगे वेरीएबल डिक्लेयर कर दो। हाँ देखो रजिस्टर इंटीजर n = 10, ਇਹਦਾ मतलब है सीधा CPU के अंदर जाके ही डिक्लेयर हो गया, मैमरी तो रीड नहीं करना पड़ेगा, CPU में सीधा ही डिक्लेयर हो जाएगा। प्रिंट करोगे 10 प्रिंट हो जाएगा। फंक्शन वन कॉल करके फंक्शन वन च एक्सैस करोगे नहीं एक्सैस होगी, मतलब क्योंकि ये ऑटो है। वेरीएबल की जी स्कोप है वो ऑटो वर्गी है, बस यही फर्क है कि वो स्टोर कितने हो रहे हैं, मेमोरी की जगह रजिस्टर च चला गया। सिंस रजिस्टर एक्सेस आर मच फास्टर देन मेमोरी एक्सेस, कीपिंग फ्रीक्वेंटली एक्सेस्ड वेरिएबल्स इन रजिस्टर लीड टू फास्टर एग्जीक्यूशन ऑफ प्रोग्राम। फ्रीक्वेंटली एक्सेस्ड जेडे वेरीएबल ज़्यादा यूज होंगे ने उन्होंने भी अगर रजिस्टर दे विच स्टोर कर लिया जाए तो जिहड़ा प्रोग्राम है वो फास्ट चलेगा, क्योंकि वो वेरीएबल बार बार मैमरी चो रीड करने पैणगे, उसकी बजाय सीधे CPU चो ही मिल जाएंगे CPU नूं ते वो उत्थे ही यूज कर लेगा। इस करके the scope and lifetime of register variable is similar to auto variables। वैसे ही ऑटो वेरिएबल वर्गा ही होंगे। The only difference is that they are stored in CPU registers instead of memory। तो इन्हों हम असी C लैंग्वेज दे विच एक बार देख लिए। सब तो पहला असी लोकल वेरिएबल का प्रोग्राम चकते हैं, ले चलते हैं। Bye everyone।
देयर आर एरर्स ਆਪਾਂ ਇਸ ਨੂੰ include ਕਰਾਂਗੇ fine still there are errors फंक्शन 1 ਦਾ प्रोटोटाइप देना पड़ेगा प्रोटोटाइप की होंगे फंक्शन डिक्लेयर करना पड़ेगा मेन तो ऊपर क्योंकि यूज पहला होने लग गया still errors ਇਹ ਐਰਰ ਨਹੀਂ ਹੈ ਇਹ ਤਾਂ ਵੈਸੇ ਹੀ ਹੈ ਮਤਲਬ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਇਹੀ ਹੋਣਾ ਚਾਹੀਦਾ ਸੀ ਕਿ ਫੰਕਸ਼ਨ ਜਿਹੜਾ ਹੈ n ਵੇਰੀਏਬਲ ਇੱਥੇ ਡਿਕਲੇਅਰ ਹੋਇਆ ਹੈ ਇਸ ਵੇਰੀਏਬਲ ਨੂੰ ਅਸੀਂ ਉਰੇ ਪ੍ਰਿੰਟ ਵੀ ਕਰ ਸਕਦੇ ਹਾਂ ਪ੍ਰਿੰਟ ਹੋ ਜਾਏਗਾ ਪਰ ਜਦੋਂ ਅਸੀਂ ਇਸ ਨੂੰ ਫੰਕਸ਼ਨ ਦੇ ਵਿੱਚ ਯੂਜ਼ ਕਰਾਂਗੇ ਇੱਥੇ ਤਾਂ ਇੱਥੇ ਐਰਰ ਆਏਗਾ ਇਹ ਪਹਿਲਾਂ ਹੀ ਆਪਾਂ ਐਰਰ ਲਈ ਹੋਈ ਬਣਾਇਆ ਸੀ ਇੱਥੇ ਐਰਰ ਆਏਗਾ ਉਹ ਆ ਹੀ ਗਿਆ ਜੇ ਤੁਸੀਂ ਫੰਕਸ਼ਨ ਨੂੰ ਕਾਲ ਨਹੀਂ ਕਰਦੇ ਜਾਂ ਫੰਕਸ਼ਨ ਨਹੀਂ ਬਣਾਉਂਦੇ ਸਿੱਧਾ ਮੇਨ 'ਚ ਚਲਾਓਗੇ ਉਹ ਚੱਲੀ ਜਾਏ ਉਹਦੇ 'ਚ ਹੁਣ ਆ ਜਾਂਦੇ ਆ ਇਹਨੂੰ ਇਸੇ ਚੀਜ਼ ਨੂੰ ਆਪਾਂ ਗਲੋਬਲੀ ਬਣਾ ਲੈਂਦੇ ਹਾਂ ਇੱਥੇ ਵੇਰੀਏਬਲ ਜਿਹੜਾ n ਹੈ ਉਸਨੂੰ ਇੱਥੇ ਡਿਕਲੇਅਰ ਕਰ ਲੈਂਦੇ ਹਾਂ ਜਿਹੜਾ ਅੰਦਰ ਡਿਕਲੇਅਰ ਕਰੇ ਹੁਣ ਇਹ ਬਣ ਗਿਆ ਗਲੋਬਲ ਵੇਰੀਏਬਲ ਇੱਥੋਂ ਆਪਾਂ ਇਹਨੂੰ ਕਮੈਂਟ ਬਣਾਤਾ ਮਤਲਬ ਇਹ ਡਿਲੀਟ ਹੀ ਹੋ ਗਿਆ ਇੱਕ ਤਰ੍ਹਾਂ ਨਾਲ ਕਮੈਂਟ ਆਊਟ ਕਰਤਾ ਨਾ ਉਸਨੂੰ ਵੇਰੀਏਬਲ ਉਹ ਇੱਕ ਤਰ੍ਹਾਂ ਨਾਲ ਕਮੈਂਟ ਬਣ ਗਿਆ ਮਤਲਬ ਉਹ ਲਾਈਨ ਐਗਜ਼ੀਕਿਊਟ ਨਹੀਂ ਹੋਈ ਹੁਣ ਇਹ ਵੇਰੀਏਬਲ ਬਾਹਰੋਂ ਯੂਜ਼ ਹੋ ਰਿਹਾ ਇੱਥੇ ਰਨ ਕਰਾਂਗੇ ਦੋ ਵਾਰ 10 ਪ੍ਰਿੰਟ ਹੋਇਆ ਪਹਿਲਾ 10 ਤਾਂ ਇਹਨੇ ਪ੍ਰਿੰਟ ਕੀਤਾ ਮੇਨ ਨੇ ਦੂਜਾ 10 ਆ ਫੰਕਸ਼ਨ ਨੇ ਪ੍ਰਿੰਟ ਕਰਤਾ ਕਿਉਂਕਿ ਅਸੀਂ ਮਤਲਬ ਇਹ ਵੇਰੀਏਬਲ ਦੋਨੋਂ ਪਾਸੇ ਚੱਲ ਰਹੇ ਜਦੋਂ ਅਸੀਂ ਗਲੋਬਲ ਬਣਾ ਦਿੰਦੇ ਹਾਂ ਤਾਂ ਵੇਰੀਏਬਲ ਦੋਨੋਂ ਪਾਸੇ ਚੱਲਦਾ ਹੈ ਜਦੋਂ ਅਸੀਂ ਲੋਕਲ ਰੱਖਦੇ ਹਾਂ ਤਾਂ ਇਹ ਵੇਰੀਏਬਲ ਸਿਰਫ ਲੋਕਲੀ ਚੱਲਦਾ ਹੁਣ ਆਪਾਂ ਕਰ ਰਹੇ ਸੀ ਸਟੈਟਿਕ ਵੇਰੀਏਬਲਸ ਸਟੈਟਿਕ ਵੇਰੀਏਬਲ ਦੇ ਵਿੱਚ ਦੱਸਿਆ ਸੀ ਕਿ ਵੈਲਿਊ ਜਿਹੜੀ ਹੈ ਉਹਦੀ ਪਰਸਿਸਟ ਕਰਦੀ ਹੁੰਦੀ ਹੈ ਬਿਟਵੀਨ ਫੰਕਸ਼ਨ ਕਾਲਸ ਸੇਮ ਉਹੀ ਪ੍ਰੋਬਲਮ ਫੰਕਸ਼ਨ ਦਾ ਪ੍ਰੋਟੋਟਾਈਪ ਚਾਹੀਦਾ ਹੈ ਚੱਲਣ ਦੇ n ਦੀ ਵੈਲਿਊ 1 n ਦੀ ਵੈਲਿਊ 2 ਤੇ n ਦੀ ਵੈਲਿਊ 3 ਜਿਵੇਂ ਮੈਂ ਦੱਸਿਆ ਵੀ ਪਹਿਲਾਂ ਇਹ 0 ਹੈ प्लस 1 1 बन गया 1 प्रिंट हो गया अगली बार कॉल करोगे 1 तो ही अगे चलेगा 2 बन जाएगा 2 प्रिंट अगली बार कॉल करोगे 2 तो अगे चलेगा 2 + 1 3 प्रिंट ठीक है तो इस तरह नाले वेरिएबल्स काम करते हैं ये चेक करने का कोई फायदा नहीं है क्योंकि रजिस्टर वेरिएबल का जो बिहेवियर है वह ऑटो वर्गा ही होएगा बस यही है भी ये अंदर डिक्लेयर होंगे ने रजिस्टर से बाकी कुछ सो अज का अपना यही लैक्चर सी अपने कोले रजिस्टर स्टोरेज क्लास तक 4 टाइप दी स्टोरेज क्लासेस ने आप डिस्कस कर लिया ने इन्हां चारां दे बारे मैं सारा कुछ समझा दिता कि किवें ये काम करदा सिलेबस अपना ऑलमोस्ट कंप्लीट है नेड़े ही आने लगे 10% रह गया तो बाकी नेक्स्ट क्लास करेंगे।